ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕੁਝ ਗੱਲ ਆਪ ਜੀ ਦੇ ਨਾਲ ਮੈਂ ਸਾਂਝੀ ਕਰਨੀ ਸੀ। ਇੱਕ ਵੀਰ ਦਾ ਮੈਸੇਜ ਆਇਆ ਸੀ। ਉਸਨੇ ਸਵਾਲ ਕੀਤਾ ਵੀ ਨਾਨਕਸਰ ਦੇ ਵਿੱਚ ਜਿੱਥੇ ਵੀ ਨਾਨਕਸਰ ਸੰਪਰਦਾਇ ਦੇ ਸਥਾਨ ਬਣੇ ਨੇ, ਨਾਨਕਸਰ ਦੀ ਮਰਿਆਦਾ ਚੱਲਦੀ ਹੈ ਵੀ ਉੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੋ ਸਰੂਪ ਕਿਉਂ ਲੱਗੇ ਨੇ। ਆਮ ਜਿੱਥੇ ਵੀ ਆਪਾਂ ਗੁਰੂਦੁਆਰਿਆਂ ਵਿੱਚ ਜਾਂਦੇ ਆ, ਇੱਕ ਸਰੂਪ ਹੀ ਲੱਗਾ। ਉਹ ਕਹਿੰਦੇ ਵੀ ਸਰੂਪ ਤਾਂ ਇੱਕ ਹੀ ਬਹੁਤ ਹੁੰਦਾ, ਵੀ ਤੁਸੀਂ ਦੋ ਕਿਸ ਵਾਸਤੇ ਲਾਏ। ਮੈਂ ਉਸ ਵੀਰ ਦਾ ਜਵਾਬ ਉੱਥੇ ਦੇਣ ਦੀ ਬਜਾਏ ਮੈਂ ਇਸ ਛੋਟੀ ਜਿਹੀ ਕਲਿੱਪ ਦੇ ਰਾਹੀਂ ਆਪ ਜੀ ਨੂੰ ਦੇਣਾ ਚਾਹੁੰਦਾ। ਮੈਨੂੰ ਲੱਗਾ ਵੀ ਸ਼ਾਇਦ ਇਹ ਗੱਲ ਕਿਸੇ ਹੋਰ ਦੇ ਦਿਮਾਗ ਦੇ ਵਿੱਚ ਵੀ ਹੋਵੇ। ਜੇ ਇਸ ਵੀਰ ਦੇ ਦਿਮਾਗ ਦੇ ਵਿੱਚ ਆਈ ਆ, ਕੋਈ ਸ਼ੰਕਾ ਪੈਦਾ ਹੋਇਆ, ਤੇ ਸ਼ਾਇਦ ਕਿਸੇ ਹੋਰ ਵੀਰਾਂ ਭੈਣਾਂ ਦੇ ਦਿਮਾਗ 'ਚ ਵੀ ਆਈ ਹੋਵੇ। ਸੋ ਇੱਕ ਤਾਂ ਨਿਰਗੁਣ, ਇੱਕ ਸਰਗੁਣ। ਨਿਰਗੁਣ ਸਥਿਰ ਹੈ, ਸਰਗੁਣ ਨੂੰ ਆਪਾਂ ਕੁਦਰਤ ਵੀ ਕਹਿ ਸਕਦੇ ਹਾਂ। ਉਹ ਸਾਰਾ ਕੰਮਕਾਜ, ਸੰਸਾਰ ਦੀ ਦੇਖ ਰੇਖ, ਸੰਸਾਰ ਨੂੰ ਖੁਸ਼ੀਆਂ ਵਰਤਾਉਣੀਆਂ, ਸੰਸਾਰ ਨੂੰ ਤਾੜਨਾ ਕਰਨੀ, ਇਹ ਸਰਗੁਣ ਦਾ ਕੰਮ ਹੈ। ਹੁਕਮ ਨਿਰਗੁਣ ਦਾ, ਵਰਤਦਾ ਸਰਗੁਣ ਦੇ ਰਾਹੀਂ ਹੈ। ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਇਹ ਕੁਦਰਤੀ ਆਫਤਾਂ ਜੇ ਆਉਂਦੀਆਂ, ਕੋਈ ਬਿਮਾਰੀ ਆਉਂਦੀ ਆ, ਕੋਈ ਮਹਾਮਾਰੀ ਫੈਲਦੀ ਆ, ਤਾਂ ਪਰਮਾਤਮਾ ਦਾ ਉਸ ਵਿੱਚ ਕੋਈ ਦੋਸ਼ ਨਹੀਂ। ਆਪਾਂ ਕੁਦਰਤ ਦੇ ਨਾਲ ਕੋਈ ਛੇੜਛਾੜ ਕਰਦੇ ਹਾਂ ਤਾਂ ਸੁਭਾਵਿਕ ਜਿਹੀਆਂ ਗੱਲਾਂ ਇਹ ਹੋਣਾ ਹੀ ਹੋਣਾ। ਕੁਦਰਤੀ ਆਫਤਾਂ ਆਪਾਂ ਅਕਸਰ ਕਹਿ ਦਿੰਦੇ, ਸ਼ਬਦ ਵਰਤੇ ਜਾਂਦੇ ਵੀ ਕੁਦਰਤੀ ਆਫਤ ਦੇ ਕਾਰਨ ਭੁਚਾਲ ਆ ਗਿਆ, ਇਹ ਨੁਕਸਾਨ ਹੋ ਗਿਆ ਜੀ, ਹੜ੍ਹ ਆ ਗਏ ਜੀ, ਉੱਥੇ ਨਾ ਕੁਝ ਹੋ ਗਿਆ ਜੀ, ਉਹ ਹੋ ਗਿਆ, ਜੋ ਹੋ ਗਿਆ। ਚੋ ਇਹ ਕੁਦਰਤੀ ਗੱਲਾਂ ਨੇ। ਇੱਕ ਵੀਰ ਕਹਿੰਦਾ ਬਈ ਗੁਰੂ ਸਾਹਿਬਾਂ ਦੇ ਸਾਹਿਬਜ਼ਾਦੇ ਮਾਸੂਮ ਸੀ ਕਿ ਪਰਮਾਤਮਾ ਨੂੰ, ਥੋੜਾ ਪਰਮਾਤਮਾ, ਉਹਨੂੰ ਭੋਰਾ ਤਰਸ ਨਹੀਂ ਆਇਆ। ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਸਭ ਨੂੰ ਵੱਡਾ ਪਾਪੀ ਤਾਂ ਪਰਮਾਤਮਾ ਹੀ ਹੈ। ਨਹੀਂ, ਪਰਮਾਤਮਾ ਪਾਪੀ ਕਿਉਂ? ਪਰਮਾਤਮਾ ਪਾਪੀ ਨਹੀਂ ਹੈ। ਪਾਪੀ ਕੌਣ ਆ? ਅਸੀਂ। ਸਭ ਨੂੰ ਵੱਡਾ ਪਾਪੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ। ਪਰਮਾਤਮਾ ਪਾਪੀ ਨਹੀਂ। ਪਰਮਾਤਮਾ ਤਾਂ ਨਿਰਵੈਰ ਆ, ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਤੇ ਕਿਸੇ ਦਾ ਉਸ ਨੂੰ ਕੋਈ ਡਰ ਵੀ ਹੈ ਨਹੀਂ। ਉਸ ਦੀ ਜਿੰਨੀ ਮਰਜ਼ੀ ਨਿੰਦਿਆ ਕਰ ਲਓ, ਉਹ ਘਟਦਾ ਨਹੀਂ। ਜਿੰਨੀ ਮਰਜ਼ੀ ਅਸੀਂ ਚਿਮਟੇਬਾਜ਼ੀ ਲੈ ਕੇ ਉਹਦੀ ਉਸਤਤ ਕਰ ਲਈਏ, ਉਹ ਵੱਧਦਾ ਨਹੀਂ। ਉਹ ਸਾਡੇ ਪੁੰਨ ਵੱਧਦੇ ਆ, ਪਰਮਾਤਮਾ ਵਾਧਾ ਘਟਦਾ ਨਹੀਂ ਹੈ। ਇਹ ਸਮਝਣ ਦੀਆਂ ਗੱਲਾਂ ਵੀ ਵੱਖ ਹੋਣ ਦੇ ਬਾਵਜੂਦ ਵੀ ਵੱਖ ਨਹੀਂ ਹੈ। ਕਿਸ ਤਰ੍ਹਾਂ? ਸਾਡੇ ਸਰੀਰ ਦੇ ਵਿੱਚ, ਸਭ ਦੇ ਸਰੀਰ ਦੇ ਵਿੱਚ ਜਿੰਨੇ ਵੀ ਜੀਵ ਪੈਦਾ ਕੀਤੇ ਆ, ਸਭ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਪਰ ਜੋਤ ਹੋਣ ਦੇ ਬਾਵਜੂਦ ਵੀ ਉਹ ਸਾਡੇ ਨਾਲੋਂ ਵੱਖਰਾ। ਗੱਲ ਮਹਿਸੂਸ ਕਰਨ ਦੀ ਆ ਵੀ ਅਸੀਂ ਉਸ ਨੂੰ ਮਹਿਸੂਸ ਕਰਦੇ ਹਾਂ ਵੀ ਸਾਡੇ ਅੰਦਰ ਹੈ, ਅਸੀਂ ਉਸ ਨੂੰ ਮੰਨਦੇ ਹਾਂ ਜਾਂ ਨਹੀਂ ਮੰਨਦੇ। ਨਾਨਕਸਰ ਦੇ ਵਿੱਚ ਜਦੋਂ ਵੀ ਹੁਕਮਨਾਮਾ ਲਿਆ ਜਾਂਦਾ ਹੈ ਸੁਬਾਹ ਸ਼ਾਮ, ਤਾਂ ਨਿਰਗੁਣ ਸਰੂਪ ਦੇ ਮੂਹਰੇ ਪਰਦਾ ਕੀਤਾ ਜਾਂਦਾ ਹੈ। ਕਾਰਨ ਹੁਣ ਇਹ ਕਈਆਂ ਨੂੰ ਤਾਂ ਗੱਲ ਉਲਟੀ ਲੱਗੇਗੀ ਜਾਂ ਕਹਿਣਗੇ ਇਹ ਕੀ ਪਖੰਡ ਚਲਾਈ ਹੋਇਆ ਇਹਨਾਂ ਦਾ, ਵੀ ਇਹ ਦੋ ਸਰੂਪ ਰੱਖੀ ਬੈਠੇ ਆ, ਪਰਦਾ ਕਰ ਦਿੰਦੇ, ਕਦੇ ਚੱਕ ਦਿੰਦੇ ਆ। ਇਹ ਗੱਲਾਂ ਉਹਨਾਂ ਦੇ ਦਿਮਾਗ 'ਚ ਬਹਿਣ ਵਾਲੀਆਂ ਨਹੀਂ। ਜਿਨ੍ਹਾਂ ਨੇ ਮੰਨਣ ਵਾਲੇ ਪਾਸੇ ਉਹ ਜਾਂਦੇ ਨਹੀਂ। ਮੈਂ ਨਾ ਮੰਨੂ ਇੱਥੇ ਲਿਖ ਕੇ ਲਾਇਆ ਉਹਨਾਂ ਨੇ ਸਿੱਧਾ ਮੱਥੇ 'ਤੇ, ਵੀ ਅਸੀਂ ਨਹੀਂ ਮੰਨਦੇ, ਜੋ ਮਰਜ਼ੀ ਕਰੀ ਜਾਓ। ਚੰਗੀ ਚੀਜ਼ ਨੂੰ ਵੀ ਨਹੀਂ ਮੰਨਣਾ ਇਹਨਾਂ ਨੇ। ਚਲੋ ਕੋਈ ਨਹੀਂ, ਨਾ ਮੰਨਣ, ਦੋ ਚਾਰ ਹੁੰਦੇ ਹੀ ਆ। ਉਹ ਜਦੋਂ ਹੁਕਮਨਾਮਾ ਲਿਆ ਜਾਂਦਾ ਤਾਂ ਨਿਰਗੁਣ ਸਰੂਪ ਦੇ ਮੂਹਰੇ ਪਰਦਾ ਕੀਤਾ ਜਾਂਦਾ। ਹੁਕਮ ਨਿਰਗੁਣ ਦਾ, ਵਰਤਦਾ ਸਰਗੁਣ ਦੇ ਰੂਪ ਦੇ ਵਿੱਚ ਆ। ਕਿਉਂਕਿ ਪਰਮਾਤਮਾ ਕਿਸੇ ਹੁਕਮ ਦੇ ਵਿੱਚ, ਕਿਸੇ ਤਾੜਨਾ ਦੇ ਵਿੱਚ, ਕਿਸੇ ਉਹ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਨਿਰਵੈਰ ਆ। ਹੁਣ ਆਪਾਂ ਕਹਿ ਦਈਏ ਵੀ ਗੁਰੂ ਸਾਹਿਬਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਗੁਰੂ ਸਾਹਿਬ ਤੱਤੀਆਂ ਤਵੀਆਂ 'ਤੇ ਬੈਠੇ ਆ, ਕਿ ਰੱਬ ਨੂੰ ਦਰਦ ਨਹੀਂ ਆਇਆ? ਉਹ ਤਾਂ ਖੁਦ ਰੱਬ ਸੀ। ਰੱਬ ਨੂੰ ਪਾਪੀ ਕਹਿਣ ਨਾਲੋਂ ਆਪਾਂ ਜੇ ਆਪਦੇ ਆਪ ਨੂੰ ਪਾਪੀ ਕਹਿ ਲਈਏ ਤਾਂ
ਬਹੁਤ ਚੰਗੀ ਗੱਲ ਹੈ। ਨਾਨਕ ਸਾਹਿਬ ਦੀ ਮਰਿਆਦਾ ਦੇ ਵਿੱਚ ਅਕਸਰ ਹੀ ਇੱਕ ਧਾਰਨਾ ਪੜ੍ਹੀ ਜਾਂਦੀ ਹੈ, ਤੇਰੇ ਵਰਗਾ ਨਾ ਦਿਆਲੂ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਇਹ ਆਪਣੀ ਨਿਮਰਤਾ, ਇਹ ਪ੍ਰਮਾਤਮਾ ਮੂਹਰੇ ਬੇਨਤੀਆਂ ਕਰਨੀ ਵੀ ਅਸੀਂ ਪਾਪੀ ਹਾਂ, ਸਾਨੂੰ ਤਾਰੋ। ਤੁਹਾਡੇ ਵਰਗਾ ਦਿਆਲੂ ਨਹੀਂ ਕੋਈ ਹੈਗਾ ਤੇ ਸਾਡੇ ਵਰਗਾ ਪਾਪੀ ਨਹੀਂ ਕੋਈ ਹੈਗਾ। ਸੋ ਇਹ ਮਹਿਸੂਸ ਕਰਨ ਦੀਆਂ ਗੱਲਾਂ, ਜਿਹੜਾ ਸਰਗੁਣ ਸਰੂਪ ਆ ਉਹ ਹੁਕਮ ਵੀ ਦਿੰਦਾ, ਤਾੜਨਾ ਵੀ ਕਰਦਾ ਵਾ। ਅਸੀਂ ਅਰਦਾਸਾਂ ਵੀ ਕਰਦੇ ਹਾਂ, ਸਾਨੂੰ ਵਾਹ ਦੇ ਦੇ, ਸਾਨੂੰ ਵੋਹ ਦੇ ਦੇ। ਕੁਦਰਤੀ ਆਫਤਾਂ ਵੀ ਆਉਂਦੀਆਂ, ਬਿਮਾਰੀਆਂ ਵੀ ਫੈਲਦੀਆਂ। ਇਹ ਸਭ ਕੁਦਰਤ ਦੀ ਖੇਡਾਂ, ਕੁਦਰਤ ਦੇ ਨਾਲ ਛੇੜਛਾੜ ਦਾ ਨਤੀਜਾ। ਅੱਜ ਤੋਂ ਆਪਾਂ ਕਾਫੀ ਸਮਾਂ ਪਹਿਲਾਂ ਚੱਲ ਜਾਈਏ, ਉਸ ਟਾਈਮ ਵਿਅਕਤੀ ਪਰਮਾਤਮਾ ਉੱਪਰ ਡਿਪੈਂਡ ਸੀ, ਕੁਦਰਤ ਉੱਪਰ ਡਿਪੈਂਡ ਸੀ। ਸੋ ਉਸ ਟਾਈਮ ਇੰਨਾ ਕੁਛ ਨਹੀਂ ਸੀ। ਜਿਉਂ ਮਨੁੱਖ ਕੁਝ ਜ਼ਿਆਦਾ ਹੀ ਸਿਆਣਾ ਹੋ ਗਿਆ, ਸਾਇੰਸ ਵੱਧ ਗਈ ਆ, ਪਰਮਾਤਮਾ ਦੀ ਬਰਾਬਰੀ ਹੋਣ ਲੱਗ ਪਈ ਆ। ਸਾਇੰਸ ਵੀ ਬਰਾਬਰੀ ਕਰਦੀ ਆ, ਕੁਝ ਪ੍ਰਚਾਰਕ ਬਰਾਬਰੀ ਕਰਦੇ ਆ, ਕੁਝ ਸੰਤ ਬਾਬੇ ਬਰਾਬਰੀ ਕਰਨ 'ਤੇ ਆ ਗਏ। ਉਹ ਲੋਕਾਂ ਨੂੰ ਵਰ ਸਰਾਪ ਦੇਣ ਲੱਗ ਗਏ, ਪਰਮਾਤਮਾ ਦੇ ਸ਼ਰੀਕ ਬਣਦੇ ਆ। ਤਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸੁਭਾਵਿਕ ਹੈ। ਇਹ 'ਚ ਰੱਬ ਨੂੰ ਤਰਸ ਨਹੀਂ ਆਇਆ ਦਾ ਕੋਈ ਮਤਲਬ ਨਹੀਂ ਹੈ। ਉਹ ਸਾਨੂੰ ਸਿੱਖਿਆ ਦੇ ਕੇ ਗਏ ਆ ਵੀ ਸੀਸ ਧੜ ਨਾਲੋਂ ਵੱਖ ਵੀ ਕਰਾ ਲਏ ਆ, ਨੀਹਾਂ 'ਚ ਵੀ ਚਿਣਾਏ ਗਏ ਆ, ਪਰ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ। ਉਸ ਦਾ ਭਾਣਾ ਮੰਨਣਾ ਸਾਨੂੰ ਸਿਖਾਇਆ ਕਿ ਜਿਸ ਹੁਕਮ ਦੇ ਅਨੁਸਾਰ ਅਸੀਂ ਜਿਸ ਘਰ ਦੇ ਵਿੱਚ ਪੈਦਾ ਹੋਏ ਹਾਂ, ਉੱਥੇ ਹੀ ਅਸੀਂ ਪੱਕੇ ਹੋਣਾ। ਜੇ ਸਾਨੂੰ ਹਿੰਦੂ ਬਣਾਇਆ, ਹਿੰਦੂ ਧਰਮ ਦੇ ਵਿੱਚ ਪੈਦਾ ਹੋਏ ਹਾਂ, ਸਨਾਤਨ ਧਰਮ ਦੇ ਵਿੱਚ, ਤਾਂ ਸਾਨੂੰ ਉਸ ਦੇ ਵਿੱਚ ਪੱਕੇ ਹੋਣਾ ਚਾਹੀਦਾ। ਮੁਸਲਿਮ ਧਰਮ ਦੇ ਵਿੱਚ ਪੈਦਾ ਹੋਏ ਹਾਂ ਤਾਂ ਸਾਨੂੰ ਉਸ ਦੇ ਵਿੱਚ ਸੱਚਾ ਮੁਸਲਮਾਨ ਬਣਨਾ। ਈਸਾਈਆਂ ਦੇ ਵਿੱਚ ਪੈਦਾ ਹੋਏ ਸੱਚੇ ਈਸਾਈ ਬਣਨਾ। ਸਿੱਖਾਂ ਦੇ ਵਿੱਚ ਪੈਦਾ ਹੋਏ ਸੱਚੇ ਸਿੱਖ ਬਣਨਾ। ਪਰ ਇਹਦਾ ਮਤਲਬ ਇਹ ਨਹੀਂ ਵੀ ਬਾਕੀਆਂ ਨੂੰ ਵੀ ਮਾੜਾ ਕਹਿਣਾ, ਇਹ ਗੱਲਾਂ ਨਹੀਂ। ਆਪਣੇ ਧਰਮ ਦੇ ਵਿੱਚ ਪਰਿਵਰਤਨ ਨਹੀਂ ਲਿਆਉਣਾ। ਪਰਿਵਰਤਨ ਤੋਂ ਭਾਵ ਮੈਂ ਬਦਲਾਅ ਦੀ ਗੱਲ ਨਹੀਂ ਕਰ ਰਿਹਾ, ਵੀ ਮੈਂ ਬਦਲਣ ਦੀ ਗੱਲ ਕਰ ਰਿਹਾ, ਵੀ ਆਪਣਾ ਧਰਮ ਨਹੀਂ ਬਦਲਣਾ, ਧਰਮ ਨਹੀਂ ਛੱਡਣਾ, ਸੀਸ ਜਾਂਦਾ ਜਾਵੇ। ਇਹ ਪਰਖ ਵੈਸੇ ਉਦੋਂ ਹੀ ਹੁੰਦੀ ਆ, ਅਸੀਂ ਬੜਾ ਕਹਿੰਦੇ ਆ ਵੀ ਅਸੀਂ ਪਰਮਾਤਮਾ ਨੂੰ ਬੜਾ ਮੰਨਦੇ ਹਾਂ, ਪਰਮਾਤਮਾ ਨੂੰ ਅਸੀਂ ਬੜਾ ਮੰਨਦੇ ਹਾਂ, ਬੜੀਆਂ ਅਸੀਂ ਅਰਦਾਸਾਂ ਕਰਦੇ ਹਾਂ, ਬੜੇ ਅਸੀਂ ਅਖੰਡ ਪਾਠ ਰਖਵਾ ਦਿੱਤੇ, ਬੜਾ ਅਸੀਂ ਗੁਰੂ ਘਰ ਜਾ ਕੇ ਸੇਵਾ ਕਰਦੇ, ਬੜੀ ਸ਼ਰਧਾ। ਪਰ ਬੰਦੇ ਦੀ ਪਰਖ, ਜਦੋਂ ਉਸ 'ਤੇ ਕੋਈ ਔਖਾ ਟਾਈਮ ਆਉਂਦਾ ਤਾਂ ਬੰਦੇ ਦੀ ਪਰਖ ਹੁੰਦੀ ਆ। ਉਹਦੀ ਪਰਖ ਵੇਲੇ ਫਿਰ ਪਤਾ ਲੱਗਦਾ ਵੀ ਇਹ ਪਰਮਾਤਮਾ ਨੂੰ ਕਿੰਨਾ ਕੁ ਮੰਨਦਾ, ਕੀ ਇਹ ਇੰਨੇ ਟਾਈਮ ਦੀ ਗੱਲਾਂ ਹੀ ਕਰ ਰਿਹਾ। ਫਿਰ ਉਸਦੇ ਮੂੰਹ ਚੋਂ ਨਿਕਲਦਾ ਵੀ ਰੱਬ ਨੇ ਸਾਡਾ ਬੇੜਾ ਗਰਕ ਕਰਤਾ। ਇਹ ਰੱਬਾ, ਤੇਰੀ ਸਾਡੇ ਨਾਲ ਕੀ ਦੁਸ਼ਮਣੀ ਸੀ, ਇਸ ਤਾਂ ਅੱਗੇ ਹੀ ਬੜੇ ਔਖੇ ਆ। ਕੀ ਰੱਬ ਦਾ ਕਸੂਰ ਹੈ ਕਿ ਸਾਡੇ ਕਰਮਾਂ ਦਾ ਕੋਈ ਦੋਸ਼ ਹੈ? ਜਿਹੋ ਜਿਹੇ ਕਰਮ ਅਸੀਂ ਪਿਛਲੇ ਜਨਮਾਂ ਦੇ ਵਿੱਚ ਕੀਤੇ, ਉਹ ਸਾਨੂੰ ਭੁਗਤਣੇ ਪੈਣੇ। ਹਾਂ, ਪਰਮਾਤਮਾ ਦੀ ਮਿਹਰ ਹੋਵੇ, ਅਸੀਂ ਨਾਮ ਜਪੀਏ ਤਾਂ ਰੇਖ ਤੋਂ ਮੇਖ ਹੋ ਜਾਵੇਗੀ, ਪਰ ਭੁਗਤਣੇ ਹੀ ਪੈਣੇ ਆ। ਮਤਲਬ ਵੱਡੇ ਤੋਂ ਛੋਟੇ ਦੇ ਵਿੱਚ ਪਰਿਵਰਤਨ ਹੋ ਜਾਵੇਗਾ, ਪਰ ਉਹ ਭੁਗਤਣਾ ਹੀ ਪੈਣਾ ਵਾ। ਇਹ ਲੱਖ ਤੁਹਾਨੂੰ ਕੋਈ ਕਹਿ ਦੇਵੇ ਅਸੀਂ ਅਖੰਡ ਪਾਠ ਕਰਵਾ ਕੇ, ਜਾਂ ਅਸੀਂ ਇਹ ਰੱਬ ਨਾਲ ਸੌਦੇਬਾਜ਼ੀ ਕਰਕੇ, ਜਾਂ ਭਾਵ ਸੁੱਖਾਂ ਸੁੱਖ ਕੇ ਵੀ ਅਸੀਂ ਉਹ ਚੀਜ਼ ਕਰ ਦਿਆਂਗੇ, ਪਰ ਨਹੀਂ ਹੋਣੀ। ਦੁੱਖ ਨਹੀਂ ਕੱਟਿਆ ਜਾਣਾ। ਦੁੱਖ ਨੂੰ ਇਸ 'ਤੇ ਇੱਕ ਹੋਰ ਵੀਡੀਓ ਜਾਣੀ ਕਿ ਅਲੱਗ ਵਿਸ਼ਾ ਆਇਆ ਹੈ ਦੁੱਖ ਸੁੱਖ ਵਾਲਾ, ਉਹ ਬਣਵਾਵਾਂਗੇ, ਤਾਂ ਉਹ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ, ਜ਼ਰੂਰ ਦੇਖਿਓ। ਪਰਮਾਤਮਾ ਮੰਨਣ ਦੀ ਗੱਲ ਆ, ਜਿਹੜਾ ਮੰਨਦਾ ਉਹਦੇ ਲਈ ਕਣ ਕਣ 'ਚ ਵਸਿਆ, ਜਿਹੜਾ ਨਹੀਂ ਮੰਨਦਾ ਉਹਦੇ ਲਈ ਗੁਰੂਦੁਆਰਿਆਂ ਦੇ ਵਿੱਚ ਵੀ ਹੈ ਨਹੀਂ। ਇੱਕ ਉਦਾਹਰਨ ਦੇ ਤੌਰ 'ਤੇ ਇੱਕ ਰਾਜਾ ਸੀ, ਉਸਦੇ 3 ਪੁੱਤਰ ਸੀ। ਰਾਜੇ ਦਾ ਅੰਤਿਮ ਸਮਾਂ ਨੇੜੇ ਸੀ, ਉਸਨੂੰ ਫਿਕਰ ਸੀ ਵੀ 3 ਪੁੱਤਰ ਆ, ਇਹਨਾਂ 'ਚ ਜੋ ਕਿਹੜਾ ਕਿਸ ਨੂੰ ਗੱਦੀ ਦੇਈ। ਉਸਨੇ 3 ਪੁੱਤਰਾਂ ਨੂੰ ਬੁਲਾਇਆ ਤੇ ਤਿੰਨਾਂ ਦੇ ਹੱਥਾਂ ਦੇ ਵਿੱਚ ਇੱਕ ਪੰਛੀ ਦਿੱਤਾ, ਘੁੱਗੀ ਲਾ ਲਓ ਚਲੋ, ਵੀ ਉਹ ਦਿੱਤੀ। ਉਹ ਕਹਿੰਦੇ ਵੀ ਜਿੱਥੇ ਕੋਈ ਨਹੀਂ ਦੇਖਦਾ ਹੋਵੇ ਉੱਥੇ ਇਸ ਨੂੰ ਮਾਰ ਕੇ ਲਿਆਓ। ਤਿੰਨੇ ਨਿਕਲ ਗਏ। ਪਹਿਲਾਂ ਤਾਂ ਰਾਜ ਦੇ ਆਪਣੇ ਰਾਜ ਮਹਿਲਾਂ ਦੇ ਬਾਹਰ ਜਾ ਕੇ ਦੇਖਿਆ ਵੀ ਕੋਈ ਨਹੀਂ ਦੇਖਦਾ, ਉੱਥੇ ਹੀ ਧੌਣ ਮੋੜਤੀ ਉਹਦੀ। ਮੁੜਿਆ ਆਇਆ,
ਦੂਸਰੇ ਨੇ ਦੇਖਿਆ ਵੀ ਉਹ ਜਦੋਂ ਬਾਹਰ ਆ ਕੇ ਦੇਖਿਆ ਵੀ ਪਹਿਲਣ ਮੂਰਤੀ ਕੋ ਨਹੀਂ ਦਿਖਦਾ, ਉਹ ਜਦੋਂ ਮੋੜਨ ਲੱਗਾ ਤੇ ਦੇਖਿਆ ਇੱਕ ਦਰਖਤ ਤੇ ਪੰਛੀ ਬੈਠਾ ਸੀ। ਉਸ ਤੋਂ ਗਾਂਹ ਜਾ ਵੜਿਆ, ਗਾਂਹ ਇੱਕ ਕੁੱਤਾ ਮਿਲ ਗਿਆ, ਅਗਾਂਹ ਕਰਦਾ ਕਰਦਾ ਜੰਗਲਾਂ 'ਚ ਪਹੁੰਚ ਗਿਆ। ਜੰਗਲਾਂ 'ਚ ਇੱਕ ਗੁਫਾ ਲੱਭੀ, ਗੁਫਾ ਦੇ ਅੰਦਰ ਵੜ ਗਿਆ। ਉੱਥੇ ਦੇਖਿਆ ਵੀ ਇੱਥੇ ਤਾਂ ਹੁਣ ਨਾ ਕੋਈ ਪੰਛੀ ਆ ਨਾ ਕੋਈ ਬੰਦਾ, ਉੱਥੇ ਧੌਣ ਮੂਰਤੀ ਉਹਨੇ। ਤੇ ਤੀਸਰੇ ਬੜੀਆਂ ਟੱਕਰਾਂ ਮਾਰ ਕੇ ਉੱਦਾਂ ਹੀ ਵਾਪਸ ਆ ਗਿਆ। ਸਭ ਨੂੰ ਪੁੱਛਿਆ ਗਿਆ ਵੀ ਹਾਂ ਵੀ ਦੱਸੋ ਕਿਵੇਂ। ਉਹ ਪਹਿਲਾਂ ਬੋਲਿਆ ਵੀ ਕਹਿੰਦਾ ਜੀ ਮੈਂ ਤਾਂ ਬਾਹਰ ਜਦੋਂ ਮੈਂ ਗਿਆ ਰਾਜ ਦੀ ਹੱਦ ਦੇ ਅੰਦਰ, ਮੈਨੂੰ ਉੱਥੇ ਕੋਈ ਦਿਖਿਆ ਨਹੀਂ, ਕੋਈ ਬੰਦਾ ਕੁਛ ਹੈ ਹੀ ਨਹੀਂ ਸੀ ਉੱਥੇ, ਮੈਂ ਉੱਥੇ ਧੌਣ ਮੂਰਤੀ। ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਇੱਥੇ ਗਾਂਹ ਗਿਆ, ਹੁੱਬ ਕੇ ਦੱਸਣ ਲੱਗਾ ਵੀ ਸ਼ਾਇਦ ਮੈਂ ਹੀ ਸਿਆਣਾ। ਵੀ ਇੱਥੋਂ ਬਾਹਰ ਗਿਆ ਤੇ ਬਾਹਰ ਦੇਖਿਆ ਵੀ ਉੱਥੇ ਵੀ ਬੰਦਾ ਤਾਂ ਕੋਈ ਹੈ ਨਹੀਂ ਸੀ, ਪਰ ਦਰਖਤ 'ਤੇ ਪੰਛੀ ਬੈਠਾ ਸੀ। ਗਾਂਹ ਮੈਨੂੰ ਕੁੱਤਾ ਮਿਲ ਗਿਆ, ਜਾਂ ਗਾਂਹ ਫਿਰ ਕੋਈ ਨਾ ਕੋਈ ਜਾਨਵਰ ਮਿਲ ਗਿਆ। ਮੈਂ ਗੁਫਾ ਦੇਖੀ, ਗੁਫਾ 'ਚ ਕੁਛ ਨਹੀਂ ਸੀ, ਨਾ ਬੰਦਾ ਸੀ ਨਾ ਪੰਛੀ ਸੀ। ਉੱਥੇ ਮੈਂ ਧੌਣ ਮੋੜ ਲਿਆ ਜੀ। ਤੇ ਤੀਜੇ ਨੂੰ ਪੁੱਛਿਆ ਵੀ ਤੂੰ ਸਾਫ਼ ਸਾਫ਼ ਮੋੜ ਲਿਆ, ਕੀ ਚੱਕਰ ਆ? ਉਹ ਕਹਿੰਦਾ ਮੈਂ ਬਹੁਤ ਟੱਕਰਾਂ ਮਾਰੀਆਂ ਵੀ ਲੁਕ ਜਾ। ਰਾਜ ਦੀ ਹੱਦ ਵੀ ਦੇਖੀ, ਉੱਥੇ ਬੰਦਾ ਨਹੀਂ ਸੀ, ਗਾਂਹ ਪੰਛੀ ਦੇਖੇ, ਗੁਫਾ 'ਚ ਵੀ ਗਿਆ, ਪਰ ਉੱਥੇ ਕੋਈ ਪੰਛੀ ਜਾਂ ਬੰਦਾ ਨਹੀਂ ਸੀ, ਪਰ ਉੱਥੇ ਪਰਮਾਤਮਾ ਦੇਖ ਰਿਹਾ ਸੀ ਮੈਨੂੰ। ਮੈਂ ਸੋਚਿਆ ਵੀ ਇਹੋ ਜਿਹੀ ਕਿਹੜੀ ਜਗ੍ਹਾ ਹੋਈ। ਮੈਂ ਬੜਾ ਦਿਮਾਗ ਲੜਾਇਆ ਵੀ ਜਿੱਥੇ ਪਰਮਾਤਮਾ ਨਾ ਦੇਖਦਾ ਹੋਵੇ। ਬਹੁਤ ਟਾਈਮ ਮੈਂ ਸੋਚਿਆ, ਪਰ ਮੈਨੂੰ ਕੋਈ ਐਸੀ ਜਗ੍ਹਾ ਨਹੀਂ ਲੱਭੀ ਜਿੱਥੇ ਪਰਮਾਤਮਾ ਨਾ ਦੇਖਦਾ ਹੋਵੇ। ਸੋ ਰਾਜਾ ਖੁਸ਼ ਹੋਇਆ, ਉਸ ਨੂੰ ਹੀ ਗੱਦੀ ਦਿੱਤੀ ਵੀ ਇਹ ਗੱਦੀ ਦੇ ਯੋਗ ਇਹ ਆ ਜਿਹੜਾ ਪਰਮਾਤਮਾ ਨੂੰ ਸਰਬ ਵਿਆਪਕ ਮੰਨਦਾ ਹੈ। ਪਰਮਾਤਮਾ ਕਣ ਕਣ 'ਚ ਵਸਦਾ ਉਹਨਾਂ ਲਈ ਜਿਹੜੇ ਮੰਨਦੇ ਆ, ਜਿਹੜੇ ਨਹੀਂ ਮੰਨਦੇ ਉਹਨਾਂ ਲਈ ਪਰਮਾਤਮਾ ਹੈ ਹੀ ਨਹੀਂ। ਕਹਿ ਦਿੰਦੇ ਆ ਵੀ ਕੁਦਰਤ ਹੀ ਰੱਬ ਹੈ। ਕੁਦਰਤ ਹੀ ਰੱਬ ਨਹੀਂ, ਕੁਦਰਤ ਵੀ ਰੱਬ ਹੈ। ਕੁਦਰਤ ਕਾਦਰ ਨੌ ਕੁਰਬਾਨ। ਜਿਹੜੀ ਕੁਦਰਤ ਆ ਉਹ ਕਾਦਰ ਭਾਵ ਨਿਰੰਕਾਰ ਪਰਮਾਤਮਾ ਤੋਂ ਕੁਰਬਾਨ ਜਾਂਦੀ ਆ। ਕਾਦਰ ਕੁਦਰਤ ਨੂੰ ਬਣਾਉਣ ਵਾਲਾ, ਨਾ ਕਿ ਕੁਦਰਤ ਹੀ ਰੱਬ ਹੈ। ਨਿਰਗੁਣ ਸਰਗੁਣ ਭੇਦ ਕੋਈ ਨਹੀਂ, ਬਸ ਸਿਰਫ ਮੰਨਣ ਦੀ ਗੱਲ ਆ। ਮੰਨ ਲਓ ਤਾਂ ਸਾਰਾ ਕੁਝ ਹੈਗਾ, ਨਹੀਂ ਮੰਨੋਗੇ ਤਾਂ ਕੁਝ ਵੀ ਨਹੀਂ ਹੈਗਾ। ਇਹ ਭਾਈ ਸਭ ਮੰਨਣ ਦੀਆਂ ਗੱਲਾਂ ਨੇ। ਇਹ ਨਾਨਕਸਰ ਦੀ ਮਰਿਆਦਾ ਬਣਾਈ ਆ, ਇਹ ਕੋਈ ਮਾੜੀ ਮੋਟੀ ਮਰਿਆਦਾ ਨਹੀਂ ਹੈ। ਕਈ ਵੀਰ ਭੈਣ ਉਸੇ ਤਰ੍ਹਾਂ ਇੱਕ ਕਮੈਂਟ ਕਰ ਦਿੰਦੇ ਆ। ਪਹਿਲਾਂ ਚੀਜ਼ ਨੂੰ ਬਾਰੇ ਜਾਣੂ ਹੋ, ਪਤਾ ਕਰੋ ਵੀ ਅਸਲ ਗੱਲਾਂ ਕੀ ਨੇ। ਕੁਝ ਕੁ ਪ੍ਰਚਾਰਕਾਂ ਨੇ ਨਾਨਕਸਰ ਸੰਪਰਦਾਇ ਦਾ ਨਾਂ ਲੈ ਕੇ ਪਿੱਛੇ ਨਾਨਕਸਰ ਲਿਖਵਾ ਕੇ ਜਾਂ ਮੂਹਰੇ ਬਾਬਾ ਲਿਖਵਾ ਕੇ ਜਾਂ ਚਿੱਟੇ ਕੱਪੜੇ ਪਾ ਲਏ, ਹੰਸ ਦੇ ਭੇਸ 'ਚ ਬਗਲੇ। ਤਾਂ ਇਹਦਾ ਮਤਲਬ ਇਹ ਨਹੀਂ ਉਹ ਸਾਰੇ ਨਾਨਕਸਰ ਨਾਲ ਰਿਲੇਟਡ ਨੇ। ਚਿੱਟੇ ਕੱਪੜੇ, ਚਿੱਟਾ ਝੋਲਾ ਤਾਂ ਕਈ ਪ੍ਰਚਾਰਕ ਵੀ ਪਾਈ ਬੈਠੇ ਆ ਜਿਹੜੇ ਸੰਪਰਦਾਇ ਤੋਂ ਬਿਲੋਂਗ ਨਹੀਂ ਕਰਦੇ। ਉਹਨਾਂ ਦੇ ਆਪਦੇ ਡੇਰੇ ਆ, ਆਪਦੀ ਉਹਨਾਂ ਦੀ ਜੋ ਕੁਛ ਵੀ ਹੈਗਾ ਸਿਸਟਮ ਆ। ਚਿੱਟੇ ਤਾਂ ਉਹ ਵੀ ਪਾਉਂਦੇ ਆ। ਉਹ ਬਾਕੀ ਚਿੱਟੀ ਸੌਂਕ ਵਾਲੀ ਵੀਡੀਓ ਤਾਂ ਮੈਂ ਪਿਛਲੀ ਬਣਾਈ ਸੀ, ਉਹ 'ਚ ਦੇਖ ਲਓਗੇ ਤੁਸੀਂ ਚਿੱਟੀ ਸੌਂਕ ਕੀ ਹੁੰਦੀ ਆ। ਬਾਈ ਇਹ ਗੱਲਾਂ ਮਹਿਸੂਸ ਕਰਨ ਦੀਆਂ। ਮਹਿਸੂਸ ਰੱਬ ਕਿਸੇ ਦਾ ਕੋਈ ਵੈਰੀ ਨਹੀਂ, ਰੱਬ ਤਾਂ ਨਿਰਵੈਰ ਆ, ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਉਹ ਸਭ ਦਾ ਪਿਆਰ ਕਰਨ ਵਾਲਾ। ਇਹ ਕੁਦਰਤ ਹੀ ਸਾਰਾ ਕੁਝ ਦੇਖਦੀ ਹੈ। ਇੱਕ ਆਪਾਂ ਸੌਖੀ ਜਿਹੀ ਉਦਾਹਰਨ 'ਤੇ ਲਾ ਲਈਏ, ਸਭ ਨੂੰ ਪਤਾ ਹੋਵੇਗਾ ਵੀ ਆਪਣੇ ਇੰਡੀਆ ਦਾ ਹੀ ਲਾ ਲਓ ਵੀ ਜਿਹੜਾ ਰਾਜਨੀਤੀ ਦਾ ਸਿਸਟਮ ਚੱਲ ਰਿਹਾ, ਸਾਰਾ ਕੁਝ ਪ੍ਰਧਾਨ ਮੰਤਰੀ ਜਿਹੜਾ ਸਾਡਾ ਭਾਰਤ ਦੇਸ਼ ਦਾ ਉਹ ਦੇਖ ਰਿਹਾ। ਕਿਸੇ ਨੂੰ ਕੋਈ ਰਾਹਤ ਪੈਕੇਜ ਦੇਣਾ, ਕਿਸੇ ਨੂੰ ਕੋਈ ਆਰਥਿਕ ਸਹਾਇਤਾ ਦੇਣੀ ਆ, ਕਿਸੇ ਨੂੰ ਕੋਈ ਟੈਕਸ ਲਾਉਣੇ ਆ, ਟੈਕਸ ਵਧਾਉਣੇ ਆ, ਘਟਾਉਣੇ ਆ, ਉਹ ਪ੍ਰਧਾਨ ਮੰਤਰੀ ਪੱਕਾ ਕਰਦਾ, ਹੁਕਮ ਚਲਾਉਂਦਾ। ਪਰ ਜਦੋਂ ਰਾਸ਼ਟਰਪਤੀ ਬੈਠਾ ਹੁੰਦਾ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਰਾਸ਼ਟਰਪਤੀ ਤੋਂ ਸਾਹਮਣੇ ਆਮ ਮੰਤਰੀਆਂ ਦੇ ਵਿੱਚ ਲੱਗੀ ਹੁੰਦੀ ਆ। ਰਾਸ਼ਟਰਪਤੀ ਜਿਹੜਾ ਮਹਾਮਹਿਮਾ, ਉਹਦਾ ਇੱਕ ਵੱਡਾ ਆਸਣ ਲੱਗਾ ਹੁੰਦਾ, ਵੱਡਾ ਉੱਚਾ ਆਸਣ, ਸੋਹਣਾ ਸ਼ਾਹੀ ਆਸਣ ਲੱਗਾ। ਉਹ ਰਾਸ਼ਟਰਪਤੀ ਉੱਚਾ ਹੋ ਕੇ ਬਹਿੰਦਾ, ਪ੍ਰਧਾਨ ਮੰਤਰੀ ਥੱਲੇ ਕੁਰਸੀ ਇੱਕ ਆਮ ਕੁਰਸੀਆਂ ਦੇ ਵਿੱਚ ਉਹ ਬੈਠਾ ਹੁੰਦਾ। ਜਿਹੜਾ ਰਾਸ਼ਟਰਪਤੀ ਆ ਉਹ ਨਿਰਗੁਣ ਆ, ਜਿਹੜਾ ਪ੍ਰਧਾਨ ਮੰਤਰੀ ਆ ਉਹ ਸਰਗੁਣ ਆ। ਇਸੇ ਤਰ੍ਹਾਂ ਉਹ ਕੁਦਰਤ ਆ, ਉਹ ਨਿਰੰਕਾਰ ਹੈ। ਇਹ ਵੱਖੋ ਵੱਖਰੀ ਚੀਜ਼ਾਂ ਹੈ। ਸਿਸਟਮ ਰਾਸ਼ਟਰਪਤੀ
ਆਪਾਂ ਦੇਖੀਏ ਵੀ ਰਾਸ਼ਟਰਪਤੀ ਕੀ ਕਰਦਾ, ਉਹ ਤਾਂ ਸਿਰਫ ਬੈਠਾ ਹੁੰਦਾ, ਸਿਰਫ ਉਹਨੇ ਸਾਈਨ ਕਰਨੇ ਆ, ਮਤੇ ਪਾਸ ਕਰਨੇ ਆ, ਪਰ ਸੁਣਾਉਂਦਾ ਜਾਂ ਅੱਗੇ ਵਰਤਾਉਣਾ ਜਾਂ ਨਹੀਂ ਵਰਤਾਉਣਾ ਉਹ ਪ੍ਰਮਾਤਮਾ ਦੇ ਵਿੱਚ ਆਉਂਦਾ, ਸੌਰੀ ਉਹ ਪ੍ਰਧਾਨ ਮੰਤਰੀ ਕਰਦਾ, ਭਾਵ ਕੁਦਰਤ। ਇਹ ਬਾਈ ਸਮਝਣ ਦੀਆਂ ਗੱਲਾਂ ਨੇ। ਆਪਾਂ ਬਿਨਾਂ ਕਿਸੇ ਸਮਝੇ, ਬਿਨਾਂ ਕਿਸੇ ਗੱਲ ਤੇ ਆਪਾਂ ਇਸ ਨੂੰ ਗੱਪ ਕਹਿ ਲਈਏ ਤਾਂ ਸੱਚ ਨੇ ਸੱਚ ਰਹਿਣਾ, ਗੱਪ ਕਹਿਣ ਨਾਲ ਸੱਚ ਗੱਪ ਨਹੀਂ ਹੋਣ ਲੱਗਾ। ਸੋ ਸਾਡੀ ਸੋਚ ਹੈ, ਕੁਝ ਪ੍ਰਚਾਰਕਾਂ ਦੀ ਗਲਤੀ ਹੈ, ਕੁਝ ਉਹਨਾਂ ਦੀ ਸੋਚ ਹੈ, ਕੁਝ ਉਹਨਾਂ ਦੀ ਸਮਝ ਹੈ, ਸ਼ਾਇਦ ਉਹਨਾਂ ਨੂੰ ਕੁਝ ਨਹੀਂ ਲੱਭਿਆ ਹੋਣਾ, ਉਹ ਉਸ ਚੀਜ਼ ਦੇ ਵਿਰੁੱਧ ਹੋ ਗਏ, ਪਹਿਲਾਂ ਉਹ ਹੱਕ 'ਚ ਸੀ। ਸੋ ਆਪਣੀ ਆਪਣੀ ਸੋਚ ਹੈ। ਜਦੋਂ ਆਪਣੇ ਕੋਈ ਚੀਜ਼ ਆਪਣੇ ਕੋਈ ਚੁੱਭ ਜਾਂਦੀ ਆ, ਕੋਈ ਦੂਸਰਾ ਬੰਦਾ ਆਪਣੇ ਕੋਈ ਵੱਟਾ ਚੱਕ ਕੇ ਮਾਰਦਾ ਤਾਂ ਸਾਨੂੰ ਦਰਦ ਹੁੰਦਾ। ਕੀ ਉਹ ਦਰਦ ਸਾਨੂੰ ਦਿਖਦਾ? ਨਹੀਂ ਦਿਖਦਾ ਨਾ, ਪਰ ਮਹਿਸੂਸ ਤਾਂ ਹੁੰਦਾ ਨਾ। ਸੱਟ ਜ਼ੋਰ ਦੀ ਵੱਜਦੀ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦਾ, ਥੋੜ੍ਹੀ ਵੱਜਦੀ ਆ ਥੋੜ੍ਹਾ ਮਹਿਸੂਸ ਹੋਣ ਲੱਗਦਾ, ਪਰ ਮਹਿਸੂਸ ਹੁੰਦਾ। ਇਸੇ ਤਰ੍ਹਾਂ ਰੱਬ ਹੈ ਜ਼ਰੂਰ, ਪਰ ਮਹਿਸੂਸ ਸੱਟ ਲੱਗਣ 'ਤੇ ਆਉਂਦਾ। ਇਹ ਉੱਦਾਂ ਇਹਨਾਂ ਨੂੰ ਰੱਬ ਦੀ ਹੋਣ ਦਾ ਪਤਾ ਨਹੀਂ ਲੱਗਦਾ। ਹੁਣ ਕਰੋਨਾ ਵਾਇਰਸ ਆਇਆ, ਸੱਟ ਲੱਗੀ, ਇਹਨਾਂ ਦੇ ਭੱਜਣਾ ਪੈ ਗਿਆ, ਲੋਕਡਾਊਨ ਕਰਤਾ, ਲੋਕ ਅੰਦਰ ਵੜਤੇ। ਪਰ ਜੇ ਕਹਿ ਲਈਏ ਵੀ ਰੱਬ ਦਾ ਅੰਤ ਪਾ ਦਾਂਗੇ, ਇਹ ਨਹੀਂ ਪੈਣਾ। ਬਥੇਰੀਆਂ ਇਹਨਾਂ ਨੇ ਕਲੋਨ ਬਣਾ ਕੇ ਬੰਦੇ ਤਿਆਰ ਕਰਤੇ ਵੀ ਬੰਦੇ ਤੁਰਨ ਵੀ ਲਾ ਦਿਆਂਗੇ, ਐਸਾ ਕਰ ਲਾਂਗੇ, ਪਰ ਜਾਨ ਨਹੀਂ ਪਈ ਉਹਨਾਂ 'ਚ। ਸੋ ਇਹ ਗੱਲਾਂ ਆਪਾਂ ਪਰਮਾਤਮਾ ਦਾ ਅੰਤ ਨਾ ਪਾਓ, ਸਿਰਫ ਸਾਨੂੰ ਨਾਮ ਜਪਣਾ ਚਾਹੀਦਾ। ਇਹ ਚਲੋ ਮੰਨਿਆ ਵੀ ਸਾਨੂੰ ਸਮਝ ਆਉਣੀ ਚਾਹੀਦੀ ਹੈ, ਗਿਆਨ ਲਓ, ਬਾਣੀ ਪੜ੍ਹੋ। ਹੁਣ ਇੱਕ ਵੀਰ ਨੇ ਕਿਹਾ ਵੀ ਕਹਿੰਦਾ ਤੈਨੂੰ ਪਤਾ ਤੂੰ ਕੀ ਕਹਿਣਾ? ਮੈਂ ਕਿਹਾ ਕੀ? ਉਹ ਕਹਿੰਦੇ ਵੀ ਕਿ ਬਾਣੀ ਪੜ੍ਹ ਕੇ ਵੀ ਕੋਈ ਨਫ਼ਰਤ ਪੈਦਾ ਹੁੰਦੀ ਹੈ। ਮੈਂ ਕਿਹਾ ਜੇ ਅਸੀਂ ਵੀਡੀਓ ਦੇਖਦੇ ਹਾਂ, ਉਹ ਨਫ਼ਰਤ ਪੈਦਾ ਨਹੀਂ ਹੁੰਦੀ, ਉਹ ਨਫ਼ਰਤ ਅੱਗੇ ਪੈਦਾ ਕਰਦੇ ਆ ਉਹਨਾਂ ਦੇ ਆਪਣੇ ਮਨ 'ਚ ਵੀ ਇਹ ਬਾਣੀ ਭਗਵਾਨ ਕ੍ਰਿਸ਼ਨ ਨੂੰ ਐਂ ਕਹਿੰਦੀ ਆ, ਬਾਣੀ ਭਗਵਾਨ ਰਾਮਚੰਦਰ ਜੀ ਨੂੰ ਐਂ ਕਹਿੰਦੀ ਆ, ਬਾਣੀ ਮੁਸਲਮਾਨਾਂ ਨੂੰ ਐਂ ਕਹਿੰਦੀ ਆ, ਬਾਣੀ ਤਾਂ ਸਿੱਖਾਂ ਨੂੰ ਵੀ ਬਹੁਤ ਤਾੜਨਾ ਕਰਦੀ ਆ। ਉਹ ਚੀਜ਼ ਕਿਉਂ ਨਹੀਂ ਤੁਸੀਂ ਸ਼ੇਅਰ ਕਰਦੇ ਵੀ ਬਾਣੀ ਸਿੱਖਾਂ ਨੂੰ ਵੀ ਤਾੜਨਾ ਕਰਦੀ ਆ ਵੀ ਤੁਸੀਂ ਆਹ ਕੰਮ ਨਹੀਂ ਕਰਨਾ? ਕੀ ਉਹ ਸ਼ੇਅਰ ਕਰਦੇ ਹੋ? ਨਹੀਂ ਕਰਦੇ। ਫਿਰਕਾ ਪ੍ਰਸਤੀ ਧਰਮ ਵਿੱਚ ਲਿਆ ਕੇ ਆਪਾਂ ਬਾੜ ਦਿੰਦੇ ਹਰੇਕ ਜਗ੍ਹਾ ਵੀ ਦੂਸਰੇ ਧਰਮਾਂ ਦੀ ਖਾਤਰ ਹੀ ਬਾਣੀ ਤਾੜਨਾ ਕਰਦੀ ਹੈ, ਸਾਡੀ ਖਾਤਰ ਤਾਂ ਕੋਈ ਤਾੜਨਾ ਹੀ ਹੈ ਨਹੀਂ। ਸਾਨੂੰ ਤਾਂ ਸਿਰਫ ਪ੍ਰਸੰਨਤਾ ਹੀ ਆ ਵੀ ਅਸੀਂ ਜੋ ਕੁਛ ਕਰਨਾ ਸਾਨੂੰ ਖੁੱਲ੍ਹ ਆ। ਕਿਉਂ ਮੁੱਦਾ ਚੱਕਿਆ ਵੀ ਸਿੱਖ ਇੱਕ ਵੱਖਰੀ ਕੌਮ ਹੈ, ਪਰ ਇਹਨਾਂ ਗੱਲਾਂ ਕਰਕੇ ਵੱਖਰੀ ਕੌਮ ਨਹੀਂ ਕਿ ਸਿੱਖਾਂ ਨੂੰ ਕੋਈ ਤਾੜਨਾ ਹੀ ਹੈ ਨਹੀਂ। ਤਾੜਨਾ ਸਿੱਖਾਂ ਨੂੰ ਵੀ ਹੈ। ਸਰਬੱਤ ਦਾ ਭਲਾ ਵਾ ਤੇ ਤਾੜਨਾ ਵੀ ਸਰਬੱਤ ਨੂੰ ਹੀ ਹੈ। ਇਹ ਕੁਦਰਤ ਤੇ ਕਾਦਰ, ਇਹ ਫਰਕ ਹੈ, ਪਰ ਮੰਨਣ ਦਾ। ਨਹੀਂ ਮੰਨਦਾ ਉਹਦੇ ਲਈ ਨਹੀਂ ਹੈ ਰੱਬ, ਜਿਹੜਾ ਨਹੀਂ ਮੰਨਦਾ ਉਹਦੇ ਲਈ ਰੱਬ ਨਹੀਂ ਹੈ। ਇਹ ਮੰਨਣ ਦੀਆਂ ਗੱਲਾਂ ਨੇ। ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਕੇ ਗਏ ਆ, ਸਾਨੂੰ ਸਮਝਾ ਕੇ ਗਏ ਆ, ਖੁਦ ਆਪਣੇ ਤੇ ਵਰਤ ਕੇ ਗਏ ਆ ਵੀ ਜੇ ਅਗਰ ਮੈਂ ਕਰ ਸਕਦਾ। ਇੱਕ ਆਮ ਮਨੁੱਖਾਂ ਦੇ ਰੂਪ 'ਚ ਆਏ ਸੀ, ਪਰ ਉਹ ਕਈਆਂ ਨੇ ਪੜਦੇ ਜ਼ਾਹਰ ਹੋ ਗਏ, ਕਈਆਂ ਸਾਹਮਣੇ ਉਹ ਉਸੇ ਤਰ੍ਹਾਂ ਹੀ ਚਲੇ ਗਏ ਜਿਸੇ ਤਰ੍ਹਾਂ ਇੱਕ ਆਮ ਮਨੁੱਖ ਆ ਕੇ ਚਲਾ ਜਾਂਦਾ। ਮੰਨਣ ਦੀਆਂ ਗੱਲਾਂ, ਕੋਈ ਮੰਨਦਾ ਸੀ, ਕੋਈ ਨਹੀਂ ਮੰਨਦਾ ਸੀ। ਸੋ ਇਹ ਵੀ ਉਸ ਦੀ ਮਿਹਰ ਹੀ ਹੁੰਦੀ ਹੈ, ਜਿਸ ਨੂੰ ਆਪਣੇ ਕੋਲੇ ਲਾਉਣਾ, ਜਿਸ ਨੂੰ ਤਾਰਨਾ ਵਾ ਉਸ ਨੂੰ ਆਪਣੇ ਕੋਲੇ ਕਰ ਲੈਂਦਾ, ਜਿਸ ਨੂੰ ਦੂਸਰੀ ਤਰ੍ਹਾਂ ਕਰਨਾ ਵਾ ਉਸ ਨੂੰ ਆਪਣੇ ਦੂਰ ਕਰ ਦੇਣਾ। ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ। ਭਾਈ ਇਹ ਗੱਲਾਂ ਸ਼ਾਇਦ ਆਪ ਜੀ ਦੇ ਕੁਝ ਗੱਲਾਂ ਸਮਝ ਆ ਜਾਏਗੀ। ਹੁਣ ਨਾਨਕਸਰ ਦੇ ਸੰਪਰਦਾਇ ਬਾਰੇ, ਗੁਰੂ ਸਾਹਿਬਾਂ ਦੇ ਸਰੂਪ ਰੱਖਣ ਬਾਰੇ ਸ਼ਾਇਦ ਕੋਈ ਗੱਲ ਮੇਰੇ ਤੋਂ ਕੋਈ ਰਹਿ ਗਈ ਹੋਵੇ, ਕਿਉਂਕਿ ਮੈਂ ਵੀ ਇੱਕ ਇਨਸਾਨ ਹਾਂ। ਮੈਂ ਕੋਈ ਸਾਧੂ ਮਹਾਤਮਾ ਤਾਂ ਹੈ ਨਹੀਂ ਵੀ ਜਿਹੜਾ ਮੈਂ ਸਾਰੀਆਂ ਗੱਲਾਂ ਮੈਨੂੰ ਪਤਾ ਹੋਣ। ਜਿੰਨੀ ਕਿ ਮੈਨੂੰ ਅਕਲ ਸੀ, ਜਿੰਨੀ ਕਿ ਮੈਨੂੰ ਸਮਝ ਸੀ, ਜਿੰਨੀ ਕਿ ਮੈਂ ਆਪਣੀ ਬੁੱਧੀ ਹੈ ਮੇਰੀ, ਉਸ ਹਿਸਾਬ ਨਾਲ ਮੈਂ ਆਪ ਜੀ ਨੂੰ ਦੱਸਿਆ। ਸੋ ਕਿਸੇ ਨੂੰ ਚੰਗਾ ਲੱਗਿਆ, ਕਿਸੇ ਨੂੰ ਨਹੀਂ ਲੱਗਿਆ। ਅਗਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ, ਸਿਰਫ ਮੈਨੂੰ ਉਹੀ ਮਾफ़ ਕਰਨ ਜਿਨ੍ਹਾਂ ਦੇ ਦਿਲ ਨੂੰ ਠੇਸ ਨਾ ਪਹੁੰਚੀ ਹੋਵੇ। ਦੂਸਰੀ ਤਰ੍ਹਾਂ ਉਹਨਾਂ ਤੋਂ ਕੋਈ ਮਾफ़ੀ ਨਹੀਂ, ਕਿਉਂਕਿ ਰੱਬ ਸਭ ਦੇ ਦਿਲਾਂ 'ਚ ਵੱਸਦਾ। ਮੈਂ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦਾ, ਕਿਸੇ ਦੀ ਭਾਵਨਾ ਨਹੀਂ ਤੋੜਨੀ ਚਾਹੁੰਦਾ।
ਪਰ ਜੇ ਕਹੇ ਵੀ ਸਾਡਾ ਦਿਲ ਦੁਲ ਤਾਂ ਨਹੀਂ ਟੁੱਟਿਆ, ਪਰ ਅਸੀਂ ਮੈਂ ਨਾ ਮੰਨੂ, ਫਿਰ ਉਹ ਫਿਰ ਅਗਾਂਹ ਅਸੀਂ ਵੀ ਨਹੀਂ ਮੰਨਦੇ। ਅਸੀਂ ਕਿਹੜਾ ਉਹੀ ਤੁਰੇ ਫਿਰਦੇ ਹਾਂ, ਜਾਂ ਸਾਡਾ ਕੋਈ ਸਟੈਂਡ ਨਹੀਂ ਹੈਗਾ, ਜਾਂ ਸਾਡੇ ਕੋਲ ਕੁਛ ਪੱਲੇ ਹੈ ਨਹੀਂ, ਜਾਂ ਅਸੀਂ ਨਾਗੀ ਤੁਰੇ ਫਿਰਦੇ ਹਾਂ। ਪਰਮਾਤਮਾ ਦੀ ਕਿਰਪਾ ਬਥੇਰਾ ਕੁਛ ਹੈ। ਸੋ ਦਿਓ ਆਗਿਆ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।